सर ਜਿਹੜਾ ਮਾਲਪੁਰ ਦੇ ਵਿੱਚ ਸਟੇਡੀਅਮ ਆ ਆਪ ਜੀ ਆਪਣੇ ਵਿਧਾਇਕ ਹੋਣ ਦੇ ਕਾਰਜਕਾਲ ਵਿੱਚ ਲਿਆਏ ਸੀ। ਅੱਜ ਉਹਦੀ ਹਾਲਤ ਬੜੀ ਖਸਤਾ ਆ, ਨਾਜ਼ੁਕ ਹਾਲਤ ਦੇ ਵਿੱਚ ਆ, ਨਸ਼ੇੜੀਆਂ ਦਾ ਅੱਡਾ ਬਣਿਆ ਆ। ਤੇ ਜਦੋਂ ਤੁਸੀਂ ਲਿਆ ਉਹਦੇ ਵਾਸਤੇ ਕਿੱਦਾਂ ਤੁਸੀਂ ਕੋਸ਼ਿਸ਼ ਕੀਤੀ, ਕਿੱਦਾਂ ਉਪਰਾਲਾ ਕੀਤਾ ਤੇ ਹੁਣ ਉਹਦੀ ਹਾਲਾਤ ਇਸ ਤਰ੍ਹਾਂ ਕਰਨ ਲਈ ਤੁਸੀਂ ਕੀ ਕਰ ਰਹੇ ਹੋ? ਜਦੋਂ ਮੈਂ 2012 ਦੇ ਵਿੱਚ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਉਸ ਵੇਲੇ ਮਾਲਪੁਰ ਤੇ ਜਿੰਨੇ ਇਲਾਕੇ ਦੇ ਪਿੰਡ ਸੀਗੇ ਉਹਨਾਂ ਸਾਰਿਆਂ ਦੀ ਇਹ ਡਿਮਾਂਡ ਸੀ ਲੋਕਾਂ ਦੀ ਕਿ ਮਾਲਪੁਰ ਫੁੱਟਬਾਲ ਦੀ ਨਰਸਰੀ ਕਰਕੇ ਜਾਣਿਆ ਜਾਂਦਾ ਔਰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਆ। ਇੱਥੇ ਇੱਕ ਬਹੁਤ ਵਧੀਆ ਸਟੇਡੀਅਮ ਬਣਨਾ ਚਾਹੀਦਾ, ਜਿਵੇਂ ਲੁਧਿਆਣਾ, ਬਠਿੰਡਾ, ਜਲੰਧਰ ਦੇ ਵਿੱਚ ਆਲੀਸ਼ਾਨ ਸਟੇਡੀਅਮ ਬਣੇ ਆ, ਉਹੋ ਜਿਹਾ ਸਟੇਡੀਅਮ ਜਿਹੜਾ ਮਾਲਪੁਰ ਦੇ ਵਿੱਚ ਬਣਨਾ ਚਾਹੀਦਾ। ਉਹਦੇ ਵਾਸਤੇ ਵਿਧਾਨ ਸਭਾ ਦੇ ਵਿੱਚ ਜਾ ਕੇ ਮੈਂ ਇਹ ਕੁਐਸਚਨ ਰੱਖਿਆ ਤੇ ਉੱਥੇ ਜਦੋਂ ਮੈਂ ਜਾ ਕੇ ਦੱਸਿਆ ਕਿ ਮਾਲਪੁਰ ਇਲਾਕੇ ਨੇ ਨਾਮੀ ਖਿਡਾਰੀ ਪੈਦਾ ਕੀਤੇ ਆ। ਜਰਨੈਲ ਸਿੰਘ, ਓਲੰਪੀਅਨ ਜਰਨੈਲ ਸਿੰਘ ਜੋ ਏਸ਼ੀਆ ਦੇ ਕਪਤਾਨ ਰਹੇ, ਹਿੰਦੁਸਤਾਨ ਦੀ ਫੁੱਟਬਾਲ ਦੀ ਟੀਮ ਦੇ ਕਪਤਾਨ ਰਹੇ ਆ, ਅਰਜੁਨਾ ਅਵਾਰਡ ਉਹਨਾਂ ਨੂੰ ਪ੍ਰਾਪਤ ਹੋਇਆ। ਇਸੇ ਤਰ੍ਹਾਂ ਗੁਰਦੇਵ ਸਿੰਘ ਗਿੱਲ ਜਿਨ੍ਹਾਂ ਨੂੰ ਅਰਜੁਨਾ ਅਵਾਰਡ ਅਤੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇ ਨਾਲ ਨਵਾਜਿਆ ਗਿਆ, ਅਤੇ ਮਨਜੀਤ ਸਿੰਘ ਜਿਹੜੇ ਕਿ ਹਿੰਦੁਸਤਾਨ ਦੀ ਫੁੱਟਬਾਲ ਦੀ ਟੀਮ ਦੇ ਕਪਤਾਨ ਰਹੇ ਆ। ਅਤੇ ਕੋਈ ਸਮਾਂ ਸੀ ਜਿਸ ਵੇਲੇ 11 ਖਿਡਾਰੀਆਂ ਦੇ ਵਿੱਚੋਂ 8 ਖਿਡਾਰੀ ਮਾਲਪੁਰ ਸ਼ਹਿਰ ਅਤੇ ਇਲਾਕੇ ਦੇ ਨਾਲ ਸੰਬੰਧਿਤ ਉਹ ਖਿਡਾਰੀ ਵਧੀਆ ਖੇਡ ਦਾ ਪ੍ਰਦਰਸ਼ਨ ਹਿੰਦੁਸਤਾਨ ਦੀ ਫੁੱਟਬਾਲ ਦੀ ਟੀਮ 'ਚ ਦਿਖਾਇਆ ਕਰਦੇ ਸੀ। ਅਤੇ ਜਦੋਂ ਮੈਂ ਇਹ ਕੁਐਸਚਨ ਕੀਤਾ ਇਹਦਾ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਜੇ ਡਿਪਟੀ ਮੁੱਖ ਮੰਤਰੀ ਉਹਨਾਂ ਦੇ ਕੋਲ ਸਪੋਰਟਸ ਦਾ ਮਹਿਕਮਾ ਸੀ, ਅਤੇ ਜਦੋਂ ਮੈਂ ਸਾਰਾ ਕੁਝ ਦੱਸਿਆ ਕਿ ਉਹਨਾਂ ਨੂੰ ਦੱਸਿਆ ਕਿ ਅੱਜ ਵੀ ਸਾਡੇ ਇਲਾਕੇ ਦੇ ਜਿਹੜੇ ਖਿਡਾਰੀ ਆ ਹਿੰਦੁਸਤਾਨ ਦੇ ਵੱਡੇ ਕਲੱਬਾਂ ਦੇ ਵਿੱਚ ਉਹ ਖੇਡਦੇ ਆ, ਵਧੀਆ ਪ੍ਰਦਰਸ਼ਨ ਦਿਖਾਉਂਦੇ ਆ ਔਰ ਵਰਲਡ ਪੱਧਰ 'ਤੇ ਵੀ ਉਹਨਾਂ ਨੇ ਨਾਂ ਰੋਸ਼ਨ ਕੀਤਾ। ਸਾਡੇ ਨੌਜਵਾਨਾਂ ਨੇ ਬਾਹਰਲੇ ਮੁਲਕਾਂ 'ਚ ਜਾ ਕੇ ਵੀ ਇਹ ਫੁੱਟਬਾਲ ਕਲੱਬ ਬਣਾਏ ਆ ਅਤੇ ਉੱਥੇ ਵੀ ਖਿਡਾਰੀ ਪੈਦਾ ਕੀਤੇ ਆ। ਅਤੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਫੁੱਟਬਾਲ ਦੀ ਗੇਮ ਹੈ ਜਿਹੜੀ ਨਸ਼ਾ ਰਹਿਤ ਖੇਡੀ ਜਾਂਦੀ ਆ, ਕਬੱਡੀ ਨੂੰ ਮਾਨਤਾ ਦਿੱਤੀ ਗਈ ਆ। ਕਬੱਡੀ ਜਿਹੜੀ ਆ ਖਿਡਾਰੀ ਇੰਜੈਕਸ਼ਨ ਲਾ ਕੇ ਖੇਡ ਮੈਦਾਨ ਦੇ ਵਿੱਚ ਪ੍ਰਦਰਸ਼ਨ ਦਿਖਾਉਂਦੇ ਆ ਅਤੇ ਫੁੱਟਬਾਲ ਨਸ਼ਾ ਰਹਿਤ ਖੇਡਿਆ ਜਾਂਦਾ। ਅਤੇ ਜਦੋਂ ਮੈਂ ਗੱਲ ਉਹਨਾਂ ਨੂੰ ਆਖੀ ਅਤੇ ਮੈਨੂੰ ਉਹਨਾਂ ਨੇ ਆਖਿਆ ਕਿ ਜ਼ਮੀਨ ਹੈ। ਮੈਂ ਕਿਹਾ ਬਿਲਕੁਲ, ਸਾਡਾ ਸੀਨੀਅਰ ਸੈਕੰਡਰੀ ਸਕੂਲ ਆ, ਸਾਡੇ ਕੋਲ ਜ਼ਮੀਨ ਵੀ ਹੈਗੀ ਆ। ਅਤੇ ਉਹਨਾਂ ਨੇ ਆਖਿਆ ਕਿ ਵਧੀਆ ਤੁਹਾਨੂੰ ਸਟੇਡੀਅਮ ਅੰਤਰਰਾਸ਼ਟਰੀ ਪੱਧਰ ਦਾ ਸਟੇਡੀਅਮ ਜਿਹੜਾ ਇਸ ਦਿੰਦੇ ਉਹਨੇ ਮਨਜ਼ੂਰ ਕਰ ਦਿੱਤਾ। ਮਨਜ਼ੂਰ ਕਰਕੇ ਨਾਲ ਉਹਦਾ ਸ਼ੁਰੂਆਤ ਕਰਾਤੀ ਔਰ ਉਹਦਾ ਨੀਂਹ ਪੱਥਰ ਰੱਖਤਾ ਔਰ ਸਟੇਡੀਅਮ ਬਣਨਾ ਸ਼ੁਰੂ ਹੋ ਗਿਆ। ਅੱਧ ਦੇ ਲਗਭਗ ਸਟੇਡੀਅਮ ਬਣ ਗਿਆ। ਅੱਜ ਜਦ ਤੋਂ ਸਾਡੀ ਸਰਕਾਰ ਚੱਲ ਗਈ ਆ ਅੱਜ ਸਟੇਡੀਅਮ ਉਹ ਨਸ਼ੇੜੀਆਂ ਦਾ ਅੱਡਾ ਬਣਿਆ ਆ। ਨਸ਼ੇੜੀ ਉੱਥੇ ਲੁਕ ਛੁਪ ਕੇ ਆਪਣੇ ਇੰਜੈਕਸ਼ਨ ਲਾਉਂਦੇ ਆ ਅਤੇ ਕਾਂਗਰਸ ਸਰਕਾਰ ਜਿਹੜੀ ਸੁੱਤੀ ਪਈ ਆ। ਅੱਜ ਤੱਕ ਇਹਨਾਂ ਨੇ ਖਿਡਾਰੀਆਂ ਨੂੰ ਵੀ ਇਨਸਾਫ ਨਹੀਂ ਦਿੱਤਾ। ਇਸ ਕਰਕੇ ਸਾਡੀ ਪੁਰਜ਼ੋਰ ਮੰਗ ਆ ਕਿ ਫੁੱਟਬਾਲ ਸਟੇਡੀਅਮ ਬਣਾ ਕੇ ਇਹ ਖਿਡਾਰੀਆਂ ਵਾਸਤੇ ਇਹ ਦੇਣਾ ਚਾਹੀਦਾ ਕਿ ਸਾਡੇ ਬੱਚੇ ਨਸ਼ਿਆਂ ਤੋਂ ਰਹਿਤ ਹੋਣ, ਵਧੀਆ ਗੇਮਾਂ ਦੇ ਪਾਸੇ ਜਾ ਕੇ ਚੰਗਾ ਪ੍ਰਦਰਸ਼ਨ ਦਿਖਾਉਣ। ਉਹਦੇ ਵਾਸਤੇ ਜਿਹੜੇ ਅਸੀਂ ਉਪਰਾਲੇ ਕੀਤੇ ਆ ਉਹ ਕਾਂਗਰਸ ਸਰਕਾਰ ਨੂੰ ਵੀ ਉਪਰਾਲਾ ਪੂਰਾ ਕਰਨਾ ਚਾਹੀਦਾ। ਸਰ ਹੋਰ ਵੀ ਇਹ ਸਟੇਡੀਅਮ ਦੇ ਨਾਲ ਇੱਕ ਹੋਰ ਵੀ ਕਈ ਕੰਮ ਆ ਜਿਹੜੇ ਤੁਹਾਡੇ ਸਰਕਾਰ ਵੱਲੋਂ ਅਕਸਰ ਜਦੋਂ ਸੱਤਾ ਦੇ ਵਿੱਚ ਸ਼ੁਰੂ ਕੀਤੇ ਜਾਂਦੇ ਆ, ਬਦਕਿਸਮਤੀ ਨਾਲ ਜਦੋਂ ਸਰਕਾਰ ਬਦਲਦੀ ਆ ਉਹ ਵਿੱਚ ਦੇ ਵਿੱਚੇ ਪੈਂਡਿੰਗ ਰਹਿ ਜਾਂਦੇ, ਜਿਵੇਂ ਸ਼੍ਰੀ ਖੁਰਾਲਗੜ੍ਹ ਸਾਹਿਬ ਉਹਦੇ ਵਿੱਚ ਵੀ ਆ। ਹੋਰ ਵੀ ਕਈ ਪਿੰਡਾਂ ਦੇ ਵਿੱਚ ਵੱਡੇ ਪੱਧਰ ਦੇ ਜਿਹੜੇ ਕੰਮ ਆ ਉਹ ਰੁਕੇ ਪਏ ਆ। ਉਹਨਾਂ ਲਈ ਵੀ ਜਿਵੇਂ ਹੁਣ ਤੁਸੀਂ ਇਸ ਵੇਲੇ ਆਪੋਜੀਸ਼ਨ ਦੇ ਵਿੱਚੋਂ ਤੁਸੀਂ ਹੁਣ ਕੰਮ ਕਰਦੇ ਹੋ ਕਿ ਤੁਸੀਂ ਗੱਲ ਕੀਤੀ ਆ ਵੀ ਸਟੇਡੀਅਮ ਦੀ ਗੱਲ ਕਰਦੇ ਹੋ, ਅਤੇ ਹੋਰ ਆਪਾਂ ਕਿਹੜੇ ਉਪਰਾਲੇ ਕੀ ਕਰ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਅਤੇ ਜਿਹੜੀ ਕਾਂਗਰਸ ਸਰਕਾਰ ਤੁਹਾਡੇ ਕੰਮਾਂ ਨੂੰ ਰੋਕ ਲਾਉਂਦੀ ਇਹਦਾ ਕੀ ਕਾਰਨ ਕੀ ਆ ਜਦ ਕਿ ਉਹ ਜਨਹਿਤ ਦੇ ਕੰਮ ਹੁੰਦੇ ਆ? ਦੇਖੋ ਸਾਡਾ ਜਿਹੜਾ ਇਹ ਦੁਆਬਾ ਛੋਟੇ ਕਿਸਾਨ ਆ, ਪਾਣੀ ਦਾ ਲੈਵਲ ਬੜਾ ਡਾਊਨ ਆ, ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੰਢੀ ਨਹਿਰ ਦਾ ਨੀਂਹ ਪੱਥਰ ਰੱਖਿਆ ਸੀਗਾ। ਜਦੋਂ ਸਟੋਨ ਰੱਖਿਆ ਅਤੇ ਮੈਂ ਬਾਦਲ ਸਾਹਿਬ ਨੂੰ ਬੇਨਤੀ ਕੀਤੀ ਵਿਧਾਨ ਸਭਾ ਦੇ 38 ਸਾਲ ਹੋ ਗਏ ਤੁਹਾਨੂੰ ਸਟੋਨ ਰੱਖੇ ਨੂੰ, ਇਹ ਸਾਨੂੰ ਕਦੋਂ ਕੰਢੀ ਨਹਿਰ ਚਾਲੂ ਕਰਕੇ ਦੇਵੋਗੇ? ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ 1 ਸਾਲ ਦੇ ਵਿੱਚ ਚਾਲੂ ਕਰਕੇ ਦੇਵਾਂਗੇ, ਆਪਣੇ ਰਹਿੰਦੇ ਸਮੇਂ 'ਤੇ ਚਾਲੂ ਕਰਾਂਗੇ। ਅਤੇ ਕੰਢੀ ਨਹਿਰ ਮੁੱਖ ਮੰਤਰੀ ਜੀ ਨੇ ਚਾਲੂ ਕਰਕੇ ਦਿੱਤੀ। ਆਖਰੀ ਨੱਕੇ ਤੱਕ ਪਾਣੀ ਮਿਲਣਾ ਸ਼ੁਰੂ ਹੋ ਗਿਆ ਸੀ। 3.5 ਸਾਲ ਦਾ ਸਮਾਂ ਹੋ ਗਿਆ ਸਾਡੀ ਸਰਕਾਰ ਗਈ ਨੂੰ, ਅੱਜ ਕੰਢੀ ਨਹਿਰ ਸੁੱਕੀ ਪਈ ਆ। ਸਰ ਇਹ 38 ਸਾਲ ਦਾ ਸਵਾਲ ਜਿਹੜਾ ਹੈ ਨਹਿਰ ਦਾ ਤੁਸੀਂ 2012 'ਚ ਆਪਣੇ ਵਿਧਾਨ ਸਭਾ ਹਲਕੇ ਦੇ ਵਿਧਾਨ ਸਭਾ ਦੇ ਦੌਰਾਨ ਕੀਤਾ ਸੀਗਾ? ਹਾਂਜੀ, ਵਿਧਾਨ ਸਭਾ ਦੇ ਦੌਰਾਨ ਕੀਤਾ ਜੀ। ਅਤੇ ਨਾਲ ਖਰਾਲਗੜ੍ਹ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਹਰ ਧਰਮ ਦਾ ਸਤਿਕਾਰ ਕੀਤਾ, ਉੱਥੇ ਗੁਰਦਾਸ ਮਹਾਰਾਜ ਦੀ ਯਾਦਗਾਰ ਖਰਾਲਗੜ੍ਹ ਦੇ ਵਿੱਚ ਸ਼ੁਰੂ ਕੀਤੀ, ਅੱਧੀ ਬਣ ਗਈ ਅਤੇ ਬਾਕੀ ਜਦ ਸਾਡੀ ਸਰਕਾਰ ਚੱਲ ਗਈ ਉੱਥੇ ਕਾਂਗਰਸ ਸਰਕਾਰ ਨੇ ਇੱਕ ਇੱਟ ਤੱਕ ਨਹੀਂ ਲਾਈ। ਅਤੇ ਗੜ੍ਹਸ਼ੰਕਰ ਦਾ ਬਹੁਤ ਸ਼ਹਿਰ ਦੇ ਵਿੱਚ ਗੰਦਗੀ ਆ, ਪਾਣੀ ਦੇ ਨਿਕਾਸ ਦੀ ਬਹੁਤ ਵੱਡੀ ਪ੍ਰੋਬਲਮ ਆ। 67 ਕਰੋੜ ਰੁਪਈਆ ਅਸੀਂ ਉਹ ਮਨਜ਼ੂਰ ਕਰਾਇਆ ਸੀਵਰੇਜ ਵਾਸਤੇ
19 ਕਰੋੜ ਦੀ ਪਹਿਲੀ ਕਿਸ਼ਤ ਮੈਂ ਲਿਆ ਕੇ ਦੇਤੀ। ਅੱਜ 19 ਕਰੋੜ ਲੱਗਣ ਤੋਂ ਬਾਅਦ ਇੱਕ 10 ਰੁਪਏ ਵੀ ਜਿਹੜੇ ਉਹ ਸੀਵਰੇਜ ਵਾਸਤੇ ਸਰਕਾਰ ਨੇ ਨਹੀਂ ਦਿੱਤੇ। ਤੇ ਗੜਸ਼ੰਕਰ ਦੇ ਮਾਲਪੁਰ ਦੇ ਵਿੱਚ ਮੰਡੀ ਦੀ ਬਹੁਤ ਵੱਡੀ ਪ੍ਰੋਬਲਮ ਸੀ, ਉੱਥੇ ਦੁਸਹਿਰਾ ਗਰਾਊਂਡ, ਉੱਥੇ ਮੰਡੀ ਤੇ ਬਹੁਤ ਵੱਡੀ ਪ੍ਰੋਬਲਮ ਸੀ। ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 10 ਏਕੜ ਜ਼ਮੀਨ ਲੀਜ਼ ਤੇ ਲੈ ਕੇ 2 ਕਰੋੜ ਰੁਪਈਆ ਜਿਹੜਾ ਉਹ ਮੰਡੀ ਵਾਸਤੇ ਮੰਡੀ ਬੋਰਡ ਤੋਂ ਮਨਜ਼ੂਰ ਕਰਵਾ ਕੇ ਅਸੀਂ ਕਰ ਦੇ ਕੇ ਗਏ ਸੀ, ਤਾਂ ਜਾ ਕੇ ਉਹ ਮੰਡੀ ਜਿਹੜੀ ਆ ਮਾਲਪੁਰ ਜਿਹੜੀ ਉਹ ਨੇਪਰੇ ਇੱਕ ਚੜ੍ਹ ਸਕੀ ਆ। ਨਹੀਂ ਤਾਂ ਹੋਰ ਜਿੰਨੇ ਪ੍ਰੋਜੈਕਟ ਅਸੀਂ ਸ਼ੁਰੂ ਕੀਤੇ ਸੀ ਅੱਜ ਸਾਰੇ ਬੰਦ ਪਏ ਆ। ਖੇਤੀਬਾੜੀ ਦੇ ਟਿਊਬਵੈੱਲ ਆ ਉਹ ਬੰਦ ਪਏ ਆ 3-3 ਸਾਲ ਤੋਂ। ਵਾਟਰ ਸਪਲਾਈ ਦੇ ਟਿਊਬਵੈੱਲ ਖਰਾਬ ਹੋ ਜਾਂਦੇ, ਇੱਕ ਮਹੀਨਾ ਉਹਨਾਂ ਦੀ ਮੋਟਰ ਨਹੀਂ ਪਾਈ ਜਾ ਰਹੀ ਔਰ ਲੋਕ ਅੱਜ ਤਰਾਹ ਕਰ ਰਹੇ ਆ। ਅੱਜ ਪੰਜਾਬ ਦੇ ਲੋਕ, ਗੜਸ਼ੰਕਰ ਮੇਰੇ ਹਲਕੇ ਦੇ ਲੋਕ ਅੱਜ ਯਾਦ ਕਰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਜੋ ਸਾਨੂੰ ਸੁੱਖ ਸਹੂਲਤਾਂ ਮਿਲੀਆਂ ਇਸ ਕਾਂਗਰਸ ਸਰਕਾਰ ਨੇ 3.5 ਸਾਲ ਦੇ ਵਿੱਚ ਸਾਡੇ ਕੋਲੋਂ ਖੋਹੀਆਂ ਹੀ ਆ ਤੇ ਸਹੂਲਤ ਇਹਨਾਂ ਨੇ ਕੋਈ ਨਹੀਂ ਦਿੱਤੀ। ਸਰ ਇੱਕ ਜਿਹੜਾ ਸਵਾਲ ਸਾਡਾ ਲਾਸਟ ਸਵਾਲ, ਤੁਸੀਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਹੋ, ਐਚਪੀਸੀ ਦੇ ਸਦੱਸਿਆ ਮੈਂਬਰ ਵੀ ਰਹੇ ਹੋ ਤੇ ਨਾਲ ਦੀ ਨਾਲ ਵਿਧਾਇਕ ਵੀ ਰਹੇ ਹੋ ਤੇ ਇਸ ਵੇਲੇ ਵੀ ਲੋਕਾਂ ਦੇ ਜ਼ਮੀਨ ਦੇ ਨਾਲ ਜੁੜੇ ਲੀਡਰ ਹੋ। ਤੇ ਅਕਸਰ ਦੇਖਿਆ ਜਾਂਦਾ, ਜਿਵੇਂ ਤੁਸੀਂ ਗੱਲ ਕੀਤੀ ਹੈ ਤੇ ਤੁਸੀਂ ਕੰਮ ਕੀਤੇ ਹੋ, ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰਦੇ, ਅਸੀਂ ਤੁਹਾਡੇ ਨਾਲ ਇਹ ਗੱਲ ਕਰਦੇ ਹਾਂ ਕਿ ਜਿਹੜੇ ਵੀ ਕੰਮ ਸਰਕਾਰ ਵੱਲੋਂ ਲਿਖੇ ਗਏ ਜਾਂ ਤੁਹਾਡੇ ਸ਼ੁਰੂ ਕੀਤੇ ਗਏ ਉਹ ਜਨਹਿਤ ਦੇ ਆ, ਤੁਹਾਡੇ ਨਿੱਜੀ ਨਹੀਂ ਆ, ਫਿਰ ਇਹ ਸਰਕਾਰ ਜਿਹੜੀ ਕਾਂਗਰਸ ਦੀ ਸਰਕਾਰ ਆ ਇਹਨਾਂ ਕੰਮਾਂ ਨੂੰ ਕਿਉਂ ਰੋਕੇ? ਇਹਦਾ ਕੀ ਕਾਰਨ ਤੁਸੀਂ ਸਮਝ ਰਹੇ? ਇਹ ਕਾਂਗਰਸ ਪਾਰਟੀ ਦੀ ਜਦੋਂ ਸਰਕਾਰ ਬਣਦੀ ਆ ਇਹਨਾਂ ਦੀ ਫਿਦਰਤ ਰਹੀ ਆ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਪੰਜਾਬ 'ਚ ਕੰਮ ਸ਼ੁਰੂ ਕੀਤੇ ਆ, ਜਿਹੜੇ ਅਸੀਂ ਨੇਪਰੇ ਚੜ੍ਹ ਗਏ ਉਹ ਚੜ੍ਹ ਗਏ, ਜਿਹੜੇ ਅਧੂਰੇ ਰਹਿ ਗਏ ਉਹ ਇਹਨਾਂ ਨੇ ਉੱਥੇ ਇੱਕ 10 ਰੁਪਏ ਤੱਕ ਨਹੀਂ ਖਰਚੇ, ਕਿਉਂਕਿ ਇਹਨਾਂ ਦੀ ਕਾਂਗਰਸ ਦੀ ਫਿਦਰਤ ਆ ਕਿ ਨਾ ਇਹਨਾਂ ਨੇ ਕੰਮ ਕੀਤਾ ਨਾ ਸਾਡੇ ਸ਼ੁਰੂ ਕੀਤੇ ਉਹ ਨੇਪਰੇ ਚਾੜ੍ਹੇ ਆ। ਇਹ ਇੱਕ ਵੀ ਕੰਮ ਜਿਹੜਾ ਪੰਜਾਬ 'ਚ ਦੱਸ ਨਹੀਂ ਸਕਦੇ ਕਿ ਅਸੀਂ ਕੋਈ ਕੰਮ ਕੀਤਾ। ਪੰਜਾਬ ਵਿਧਾਨ ਸਭਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਆਪੋਜੀਸ਼ਨ ਦੇ ਲੀਡਰ ਸੀ ਤੇ ਸਰਦਾਰ ਉਹ ਬਹੁਤ ਗੱਲਾਂ ਕਰਨ। ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪੁੱਛਿਆ ਕਿ ਚੰਨੀ ਜੀ ਤੁਸੀਂ ਆਪੋਜੀਸ਼ਨ ਦੇ ਲੀਡਰ ਆ, ਤੁਸੀਂ ਤਾਂ ਤੁਹਾਡੀ ਸਰਕਾਰ ਰਹੀ ਆ, ਤੁਸੀਂ 2002 ਤੋਂ ਲੈ ਕੇ 2007 ਤੱਕ ਦੇ 5 ਕੰਮ ਪੰਜਾਬ ਦੇ ਵਿੱਚ ਗਿਣਾ ਦਿਓ ਜਿਹੜੇ ਤੁਸੀਂ ਕੀਤੇ ਆ। ਤੇ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਦੇ ਵਿੱਚ ਕਿਹਾ, ਰਿਕਾਰਡ ਤੇ ਆ ਔਰ ਨੈੱਟ ਤੇ ਤੁਸੀਂ ਸਾਰਿਆਂ ਦੇਖਿਆ, ਕਹਿੰਦਾ ਅਸੀਂ ਕੰਮ ਜਿਹੜੇ ਕੀਤੇ ਸੀ ਪੈਚ ਲਾਏ, ਪੈਚ। ਇਹ ਪੈਚਾਂ ਵਾਲੀ ਸਰਕਾਰ ਆ, ਇਹ ਕੋਈ ਡਿਵੈਲਪਮੈਂਟ ਵਾਲੀ ਸਰਕਾਰ ਨਹੀਂ। ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅੱਜ ਜੇ ਪੰਜਾਬ ਦੇ ਵਿੱਚ 4 ਮਾਰਗਾ 6 ਮਾਰਗਾ ਨੈਸ਼ਨਲ ਹਾਈਵੇ ਬਣੇ ਆ ਤਾਂ ਉਹ ਸਾਡੀ ਸਰਕਾਰ ਵੇਲੇ ਬਣੇ ਆ। ਜੇ ਛੋਟੀ ਜਿਹੀ ਸਟੇਟ ਦੇ ਵਿੱਚ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਏਅਰਪੋਰਟ ਬਣੇ ਆ ਉਹ ਸਾਡੀ ਸਰਕਾਰ ਵੇਲੇ ਬਣੇ ਆ। ਜੇ ਕਿਹਾ ਸੀ 24 ਘੰਟੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਬਿਜਲੀ ਪੈਦਾ ਕਰਕੇ ਦੇਵਾਂਗੇ, ਥਰਮਲ ਪਲਾਂਟ ਲਾ ਕੇ ਬਿਜਲੀ ਪੈਦਾ ਕਰਾਂਗੇ, ਔਰ ਥਰਮਲ ਪਲਾਂਟ ਲਾ ਕੇ 24 ਘੰਟੇ ਬਿਜਲੀ ਪੰਜਾਬ ਨੂੰ ਦਿੱਤੀ ਆ। 5.5 ਰੁਪਏ ਯੂਨਿਟ ਦਿੱਤੀ ਆ। ਅੱਜ 11 ਰੁਪਏ ਯੂਨਿਟ ਬਿਜਲੀ ਕਾਂਗਰਸ ਦੇ ਰਾਜ ਦੇ ਵਿੱਚ ਇੱਕ ਬਲਬ ਜਗਾਉਣ ਜੋਗੀ ਬਿਜਲੀ ਇਹਨਾਂ ਨੇ ਪੈਦਾ ਨਹੀਂ ਪੰਜਾਬ ਦੇ ਵਿੱਚ ਕੀਤੀ। ਔਰ ਜਿੱਥੇ ਪੰਜਾਬ ਦੇ ਸਾਡੀ ਸਰਕਾਰ ਵੇਲੇ ਔਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਫੁੱਟਬਾਲ ਸਟੇਡੀਅਮ ਬਣਾਏ ਔਰ ਹੋਰ ਵੀ ਸ਼ਹਿਰਾਂ 'ਚ ਕਬੱਡੀ ਟੂਰਨਾਮੈਂਟ ਕਰਾਏ, ਗੇਮਾਂ ਨੂੰ ਪ੍ਰਫੁੱਲਤ ਕਰਨ ਵਾਸਤੇ ਵੱਡੇ ਉਪਰਾਲੇ ਕੀਤੇ ਆ। ਅੱਜ ਜਿੱਥੇ ਗੇਮਾਂ ਵੀ ਠੱਪ, ਡਿਵੈਲਪਮੈਂਟ ਵੀ ਠੱਪ, ਨੌਕਰੀਆਂ ਵੀ ਠੱਪ ਔਰ ਹਰ ਕੰਮ ਜਿਹੜਾ ਅੱਜ ਬੰਦ ਪਿਆ ਕਿ ਕਾਂਗਰਸ ਨੇ ਲਾਰੇ ਲਾ ਕੇ ਸਰਕਾਰਾਂ ਬਣਾਈਆਂ ਤੇ ਇਹਨਾਂ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੈਨੀਫੈਸਟੋ ਜਿਹੜੇ ਲੈ ਕੇ ਆਏ, ਜੋ ਪੰਜਾਬ ਦੀ ਜਨਤਾ ਨਾਲ ਵਾਅਦੇ ਕੀਤੇ ਆ ਉਹ ਜੇ 100% ਨਹੀਂ ਤੇ 90% ਵਾਅਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਪੂਰੇ ਕਰਕੇ ਦਿਖਾਏ ਆ। ਸਰ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਲਾਰੇ ਲਾ ਕੇ ਜਾਂ ਇਹਨਾਂ ਦੀ ਫਿਤਰਤ ਆ ਤੇ ਇਹ ਜਿਹੜੇ ਲੋਕ ਆ ਸਰਕਾਰ ਵੱਲੋਂ, ਅਕਾਲੀ ਸਰਕਾਰ ਵੱਲੋਂ, ਅਕਾਲੀ ਗਠਬੰਧਨ ਦੀ ਸਰਕਾਰ ਵੱਲੋਂ ਕੀਤੇ ਸ਼ੁਰੂ ਕੰਮ ਪਿਛਲੇ ਕਾਫੀ ਸਮੇਂ ਤੋਂ ਇੱਦਾਂ ਹੀ ਚੱਲਦਾ ਆ ਰਿਹਾ, ਇਹ ਜਿਹੜੇ ਕੰਮ ਰੋਕਦੇ ਆ, ਵਿਕਾਸ ਕੰਮ ਰੋਕਦੇ ਆ ਜਾਂ ਵਿਕਾਸ ਦੇ ਜਿਹੜੇ ਕੰਮ ਚਾਲੂ ਆ ਉਹਨਾਂ ਨੂੰ ਰੋਕ ਦੇਣਾ ਜਾਂ ਨਹੀਂ ਹੋਣ ਦੇਣਾ, ਆਉਣ ਵਾਲੇ ਸਮੇਂ 'ਚ ਉਹਦਾ ਕਿੰਨਾ ਕੁ ਅਸਰ ਪਊਗਾ ਇਹਨਾਂ ਦੀ ਸਰਕਾਰ? ਦੇਖੋ ਪੰਜਾਬ ਦੇ ਲੋਕ ਬੜੇ ਸਿਆਣੇ ਆ। ਕਈ ਵਾਰੀ ਜਿਸ ਵੇਲੇ ਆ ਇੱਕ ਸੋਸ਼ਲ ਮੀਡੀਆ ਆ ਗਿਆ ਜਿੱਥੇ ਦਾ ਸੁੱਖ ਹੈ ਉੱਥੇ ਦੁੱਖ ਵੀ ਬੜਾ ਆ। ਇਹਦੇ ਉੱਤੇ ਫੇਕ ਆਈਡੀਆਂ ਪਾ ਕੇ ਜੋ ਊਟ ਪਟਾਂਗ ਝੂਠ ਬੋਲਣਾ ਇਹ ਲੋਕਾਂ ਦੀ ਫਿਦਰਤ ਬਣ ਗਈ ਆ। ਜੋ ਲੋਕ ਝੂਠ ਬੋਲ ਕੇ ਝੂਠੇ ਵਾਅਦੇ ਕਰਕੇ ਵੱਡੇ ਵੱਡੇ ਲਾਰੇ ਕਰਦੇ ਲੋਕ ਉਹਨਾਂ ਦੇ ਮਗਰ ਲੱਗ ਜਾਂਦੇ ਆ। ਇਸ ਕਰਕੇ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਆ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਨੇ 2002 'ਚ ਵੀ ਠੱਗਿਆ ਤੇ 2017 'ਚ ਵੀ ਸਾਨੂੰ ਠੱਗਿਆ। ਆਉਣ ਵਾਲਾ ਜਿਹੜਾ ਸਮਾਂ ਆ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੇਗੀ, ਕਿਉਂਕਿ ਜਿੱਥੇ ਝਾੜੂ ਵਾਲੇ ਵੀਰ ਆਏ ਆ, ਕਾਂਗਰਸ ਆਈ ਆ,
ਇਹਨਾਂ ਨੇ ਅਕਾਲੀ ਦਲ ਦੀ ਸਰਕਾਰ ਨੂੰ, ਬੀਜੇਪੀ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ। ਅੱਜ ਪੰਜਾਬ ਦੇ ਲੋਕ ਜਿਹੜੇ 3.5 ਸਾਲ ਦੇ ਸਮੇਂ 'ਚ ਇਹ ਜਾਣ ਚੁੱਕੇ ਆ ਕਿ ਧੋਖੇਬਾਜ਼, ਚਾਹੇ ਝਾੜੂ ਵਾਲੇ ਆ ਚਾਹੇ ਕਾਂਗਰਸ ਵਾਲੇ ਆ, ਇਹ ਝੂਠ ਬੋਲਦੇ ਆ, ਧੋਖੇਬਾਜ਼ ਆ। ਕਿਉਂਕਿ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਨਸ਼ੇ ਦੇ ਦੋਸ਼ ਲਾਏ ਸੀ, ਝੂਠ ਸੀ ਨਾ। ਜਿਸ ਵੇਲੇ ਪਤਾ ਸੀ ਹੁਣ ਸਜ਼ਾ ਹੋ ਜਾਣੀ ਆ, ਫਿਰ ਉਹਨੂੰ ਮਾफ़ੀ ਮੰਗੀ ਕਿ ਮੈਂ ਮਾफ़ੀ ਮੰਗਦਾ, ਮੈਨੂੰ ਬਖਸ਼ ਦਿਓ। ਅਤੇ ਇਸ ਕਰਕੇ ਅੱਜ ਪੰਜਾਬ ਦੇ ਲੋਕ ਜਾਣ ਚੁੱਕੇ ਆ ਕਿ ਝੂਠਿਆਂ ਦੀ ਸਰਕਾਰ ਕਾਂਗਰਸ ਦੀ ਬਣ ਗਈ ਅਤੇ ਜਿਹੜੇ ਕੇਜਰੀਵਾਲ ਸਰਕਾਰ ਆ, ਝੂਠਿਆਂ ਦੀ ਪਾਰਟੀ ਉਹ ਬਣ ਗਈ। ਇਸ ਕਰਕੇ ਲੋਕਾਂ 'ਚ ਵਿਚਰਦੇ ਆ। ਅੱਜ ਪੰਜਾਬ ਦੇ ਲੋਕ ਕਹਿੰਦੇ ਜੋ ਬੀਜੇਪੀ ਅਕਾਲੀ ਦਲ ਦੀ ਸਰਕਾਰ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਕੀਤਾ, ਉਹ ਕਾਂਗਰਸ 50 ਸਾਲ ਦੇ ਸਮੇਂ 'ਚ ਨਹੀਂ ਪੰਜਾਬ ਦੇ ਵਿੱਚ ਕਰ ਸਕੀ। ਅੱਜ ਸਾਡੇ NRI ਵੀਰ ਵਿਦੇਸ਼ਾਂ 'ਚ ਬੈਠੇ ਆ, ਜੋ NRI ਵੀਰਾਂ ਨੂੰ ਵਰਗ ਲਾ ਕੇ ਇਹ ਝਾੜੂ ਵਾਲਿਆਂ ਨੇ ਆਪਣੇ ਪਿੱਛੇ ਲਾਇਆ, ਕਾਂਗਰਸ ਨੇ ਆਪਣੇ ਪਿੱਛੇ ਲਾਇਆ। ਮੈਂ NRI ਵੀਰਾਂ ਨੂੰ ਦੱਸਣਾ ਚਾਹੁੰਦਾ, ਵੀਰੋ ਤੁਹਾਡੇ ਵਾਸਤੇ ਹਰ ਸਾਲ NRI ਸੰਮੇਲਨ ਹੋਇਆ ਕਰਦਾ ਸੀ, ਤੁਹਾਨੂੰ ਵਿਦੇਸ਼ਾਂ ਤੋਂ ਬੁਲਾਇਆ ਜਾਂਦਾ ਸੀ, ਤੁਹਾਡੀਆਂ ਦੁੱਖ ਤਕਲੀਫਾਂ ਸੁਣੀਆਂ ਜਾਂਦੀਆਂ ਸੀ, ਤੁਹਾਨੂੰ ਤੁਹਾਡੀਆਂ ਜਿਹੜੀਆਂ ਪ੍ਰਾਪਰਟੀਆਂ, ਜਿਹੜਾ 35-35 40-40 ਹਜ਼ਾਰ ਰੁਪਏ ਆਪਾਂ ਜ਼ਮੀਨ ਦਾ ਠੇਕਾ ਲੈਂਦੇ ਨਾ, ਉਹ ਬਿਜਲੀ ਦਾ ਬਿੱਲ ਮਾਫ ਹੋਣ ਕਰਕੇ ਤਾਂ ਇਹਨਾਂ ਦਾ ਠੇਕਾ ਤੁਹਾਨੂੰ ਮਿਲਦਾ। ਔਰ ਜਿਹੜੀਆਂ ਤੁਹਾਡੀਆਂ ਪ੍ਰਾਪਰਟੀਆਂ ਉਹ ਜੇ ਅੱਜ ਸੇਫ ਆ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਾਨੂੰਨ ਬਣਾਇਆ, NRI ਦੀ ਪ੍ਰਾਪਰਟੀ 'ਤੇ ਕੋਈ ਕਬਜ਼ਾ ਨਹੀਂ ਕਰ ਸਕਦਾ, ਉਹਦੇ ਘਰ 'ਤੇ ਕੋਈ ਕਬਜ਼ਾ ਨਹੀਂ ਕਰ ਸਕਦਾ, ਉਹਦੀ ਖੇਤੀਬਾੜੀ ਵਾਲੀ ਪ੍ਰਾਪਰਟੀ 'ਤੇ ਨਹੀਂ ਕੋਈ ਵੀ ਕਬਜ਼ਾ ਕਰ ਸਕਦਾ। ਇਹ ਸਾਡੀ ਸਰਕਾਰ ਨੇ ਕਾਨੂੰਨ NRI ਵੀਰਾਂ ਵਾਸਤੇ ਬਣਾਇਆ। ਜਿੰਨਾ NRI ਵੀਰਾਂ ਦਾ ਸਤਿਕਾਰ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਕਾਂਗਰਸ ਨੇ 50 ਸਾਲ ਦੇ ਰਾਜ 'ਚ ਨਹੀਂ ਕੀਤਾ। ਸਰ ਆਪਾਂ ਗੱਲ ਕਰੀਏ ਵਾਅਦਿਆਂ ਦੀ ਕਾਂਗਰਸ ਸਰਕਾਰ ਦੀ, ਕਿਉਂਕਿ ਅਸੀਂ ਜਿਹੜੀ ਗੁਫ਼ਤਗੂ ਕਰਦੇ ਹਾਂ, ਅਸੀਂ ਗੁਫ਼ਤਗੂ ਸ਼ੁਰੂ ਕੀਤੀ ਸੀ ਸਰਕਾਰ ਵੱਲੋਂ, ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਨੂੰ ਰੋਕਣ ਦੇ, ਪਰ ਨਾਲ ਦੀ ਨਾਲ ਜਦੋਂ ਅਸੀਂ ਇਸ ਗੁਫ਼ਤਗੂ ਦੇ ਆਰੰਭ ਦੇ ਵਿੱਚ ਗੱਲ ਕੀਤੀ ਆ, ਉਹਦੇ ਵਿੱਚ ਤੁਸੀਂ ਗੱਲ ਕੀਤੀ ਆ ਵੀ ਇਹ ਜਿਹੜੇ ਸਰਕਾਰ ਵੱਲੋਂ ਵਾਅਦੇ ਕੀਤੇ ਗਏ, ਉਹਨਾਂ ਵਾਅਦਿਆਂ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਕੈਪਟਨ ਸਾਹਿਬ ਨੇ ਕਿਹਾ ਸੀ ਮੋਬਾਈਲ ਦੇਵਾਂਗਾ, ਅਤੇ ਪਿਛਲੇ ਸਮੇਂ ਦੌਰਾਨ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਸੈਕਟਰੀਏਟ ਦੇ ਵਿੱਚ ਮੋਬਾਈਲ ਦਿੱਤੇ ਗਏ, ਕੁਛ ਇੱਕ ਮੋਬਾਈਲ ਦਿੱਤੇ ਗਏ, ਜਦਕਿ ਵਾਅਦਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਜਿੰਨੇ ਕੈਪਟਨ ਅਮਰਿੰਦਰ ਸਿੰਘ ਨੇ ਵਾਅਦੇ ਕੀਤੇ ਆ, ਉਹਦੇ ਵਿੱਚੋਂ ਜਾਂ ਤਾਂ ਸਾਰਾ ਵਾਅਦਾ ਪੂਰਾ ਕੀਤਾ ਜਾਵੇ ਕਿ ਇਹਨਾਂ ਦੀ ਘਰ ਘਰ ਨੌਕਰੀ ਦੇਣੀ, ਫਾਰਮ ਭਰੇ ਆ, ਕਿੰਨੀਆਂ ਨੌਕਰੀਆਂ ਦਿੱਤੀਆਂ। ਫਿਰ ਆਖਿਆ ਸੀ ਕਿ ਕਿਸਾਨ ਦਾ ਕਰਜ਼ਾ, ਚਾਹੇ ਨੈਸ਼ਨਲ ਬੈਂਕ, ਚਾਹੇ ਕੋਆਪਰੇਟਿਵ ਬੈਂਕ, ਚਾਹੇ ਆੜ੍ਹਤੀ ਦਾ ਹੋਵੇ, ਉਹ 'ਤੇ ਲਕੀਰ ਫੇਰ ਦੇਣੀ ਆ, ਕਿੰਨੇ ਕਰਜ਼ੇ ਮਾਫ ਹੋਏ ਆ। ਫਿਰ ਆਖਦਾ ਸੀ ਕਿ ਜਿਹੜੀ ਕਿਉਂਕਿ ਕਾਂਗਰਸ ਨੇ 10 ਰੁਪਏ ਪੈਨਸ਼ਨ ਨਹੀਂ ਲਈ ਸੀ ਗਰੀਬ ਨੂੰ, ਬਾਦਲ ਸਾਹਿਬ ਨੇ ਪੈਨਸ਼ਨ ਸ਼ੁਰੂ ਕੀਤੀ, ਜਿਹੜੀ ਅਜੇ 750 ਮਿਲਦੀ ਹੈ, ਕਹਿੰਦਾ ਸੀ 2500 ਦਊਂਗਾ, ਬੇਰੁਜ਼ਗਾਰ ਨੂੰ 2500 ਦਊਂਗਾ। ਅਤੇ ਜਿਹੜੀ ਸ਼ਗਨ ਸਕੀਮ ਅਸੀਂ ਸ਼ੁਰੂ ਕੀਤੀ ਸੀ, ਕਹਿੰਦਾ 51,000 ਦਊਂਗਾ। ਦੱਸੋ ਕਿਹਨੂੰ ਦਿੱਤੀ ਆ? ਜਿਹੜੀ ਆਟਾ ਦਾਲ ਸਕੀਮ ਸ਼ੁਰੂ ਕੀਤੀ ਗਰੀਬ ਨੂੰ, ਕਹਿੰਦੇ ਉਹਨਾਂ ਘਿਓ, ਖੰਡ ਅਤੇ ਚਾਹ ਪੱਤੀ ਵੀ ਦਊਂਗਾ। ਦੱਸੋ ਕਿਹਨੂੰ ਦਿੱਤੀ ਆ? ਨੀਲੇ ਕਾਰਡ ਕੱਢਤੇ, ਔਰ ਕਰੋਨਾ ਮਹਾਂਮਾਰੀ ਵਰਲਡ ਦੇ ਵਿੱਚ ਆ ਗਈ, ਉਹਨਾਂ ਦੀਆਂ ਜਿੰਨੇ ਵੀ ਨੀਲੇ ਕਾਰਡ ਉਹ ਵੀ ਕੱਟੇ। ਜਿਹੜਾ ਸੈਂਟਰ ਤੋਂ ਰਾਸ਼ਨ ਆਇਆ ਉਹ ਵੀ ਰਾਸ਼ਨ ਨਹੀਂ ਦੇ ਸਕੇ। ਇਹ ਜ਼ਰੂਰ ਆ ਕਿ ਡਿਸਟਿਲਰੀਆਂ ਬਣਾ ਕੇ, ਸ਼ਰਾਬ ਦੀਆਂ ਡਿਸਟਿਲਰੀਆਂ ਕਾਂਗਰਸ ਨੇ ਲਾ ਕੇ ਘਰ ਘਰ ਤੱਕ ਲੋਕਡਾਊਨ ਦੇ ਵਿੱਚ ਕਰਫਿਊ ਲੱਗੇ ਹੋਏ ਵੀ ਘਰ ਘਰ ਤੇ ਸ਼ਰਾਬ ਨਹੀਂ ਜ਼ਰੂਰ ਪਹੁੰਚਾਤੀ ਆ। ਅੱਜ ਜੋ ਨਸ਼ੀਲੀ ਹੈ ਸ਼ਰਾਬ, ਜਿਹਦੇ ਨਾਲ ਸਵਾ ਲਗਭਗ ਗਰੀਬ ਪਰਿਵਾਰਾਂ ਦੇ ਮੁਖੀ ਜਾਂਦੇ ਲੱਗੇ ਆ, ਔਰ ਉਹਨਾਂ ਪਰਿਵਾਰਾਂ ਦੀ ਹਾਲਤ ਦੇਖੀ ਨਹੀਂ ਜਾ ਸਕਦੀ। ਇਸ ਕਰਕੇ ਅੱਜ ਪੰਜਾਬ ਦੇ ਲੋਕ ਇਸ ਕਾਂਗਰਸ ਤੋਂ ਦੁਖੀ ਬੈਠੇ ਆ, ਸਦਿਓ ਬੈਠੇ ਨਾ। ਸਰ, ਆਉਣ ਵਾਲੇ 2022 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ, ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਆਧਾਰ ਹੋਵੇਗਾ ਤੁਹਾਡੇ ਮੁਤਾਬਕ? ਤੁਸੀਂ ਕੀ ਸਮਝਦੇ ਹੋ? ਦੇਖੋ, ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਲਤ ਬਹੁਤ ਪਤਲੀ ਹੋਏਗੀ, ਅਤੇ ਜਿਹੜੇ ਝਾੜੂ ਵਾਲੇ ਵੀਰ, ਆਮ ਆਦਮੀ ਪਾਰਟੀ, ਇਹਨਾਂ ਨੇ ਜੋ ਕਰਤੂਤਾਂ ਕੀਤੀਆਂ ਇਹ ਕਿਤੇ ਲੱਭਣੇ ਨਹੀਂ। ਇਹਨਾਂ ਨੇ ਵਰਗ ਲਾ ਕੇ ਸਾਡੇ NRI ਵੀਰਾਂ ਨੂੰ ਮਗਰ ਲਾਇਆ, ਸਾਡੇ ਲੋਕਾਂ ਨੂੰ ਮਗਰ ਲਾ ਕੇ ਕਰੋੜਾਂ ਰੁਪਈਆ ਇੱਥੋਂ ਇਕੱਠਾ ਕਰਕੇ ਦਿੱਲੀ ਨੂੰ ਇਕੱਠਾ ਕਰਕੇ ਲੈ ਗਏ ਆ। ਅੱਜ ਜਿਹੜੇ ਕਾਂਗਰਸ ਦੇ, ਜਿਹੜੇ ਆਮ ਆਦਮੀ ਪਾਰਟੀ ਦੇ MLA ਆ, ਤੁਹਾਡੇ ਸਾਹਮਣੇ ਆ, ਉਹ ਖਿਲਰੇ ਫਿਰਦੇ ਆ, ਉਹ ਇੱਕ ਮੁੱਠ ਨਹੀਂ ਗਏ। ਇਸ ਕਰਕੇ ਪੰਜਾਬ ਦੇ ਲੋਕ ਇਹਨਾਂ ਨੂੰ ਜਾਣ ਚੁੱਕੇ ਆ ਕਿ ਜਿਹੜਾ ਮਰਾਸਪੁਣਾ ਕਰਕੇ, ਅਤੇ ਉਹ ਮਰਾਸੀ ਸਰਕਾਰਾਂ ਨਹੀਂ ਚਲਾ ਸਕਦੇ। ਸਰਕਾਰ ਉਹ ਲੋਕ ਚਲਾ ਸਕਦੇ ਜਿਨ੍ਹਾਂ ਨੂੰ ਕੋਈ ਤਜਰਬਾ ਹੋਵੇ। ਇੱਥੇ ਭਗਵੰਤ ਮਾਨ ਵਰਗੇ ਮਰਾਸੀਆਂ ਨੇ ਕੀ ਸਰਕਾਰਾਂ ਚਲਾਉਣੀਆਂ। ਸਰ, ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ। ਆਪਾਂ ਲਾਸਟ ਸਵਾਲ ਸ਼੍ਰੋਮਣੀ ਅਕਾਲੀ, ਕਿਉਂਕਿ ਅਸੀਂ ਗੱਲ ਕਰਦੇ ਸਾਰੀਆਂ ਪਾਰਟੀਆਂ ਨੂੰ ਛੇੜਦੇ, ਸਾਰਿਆਂ ਨੂੰ ਘੁੰਮਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ ਸਮੇਂ 'ਚ ਕਾਫੀ ਵਿਵਾਦ ਚੱਲਦਾ ਰਿਹਾ, ਢੀਂਡਸਾ ਹੋਣੀ ਵੱਖਰੀਆਂ ਪਾਰਟੀ ਬਣਾ ਰਹੇ, ਉਹਦੇ ਵਿੱਚ ਕੁਛ ਇੱਕ ਜਾ ਰਿਹਾ, ਕੁਛ ਇੱਕ ਆ ਰਹੇ ਆ। ਸੁਖਬੀਰ ਬਾਦਲ ਜੀ ਵੀ ਇਸ ਚੀਜ਼ ਨੂੰ ਕੰਡੈਮ ਕਰ ਰਹੇ ਆ ਵੀ ਇਹਦੇ ਨਾਲ ਕੋਈ ਪਾਰਟੀ ਨੂੰ ਫਰਕ ਨਹੀਂ ਪੈਣਾ, ਪਰ ਫਿਰ ਵੀ ਕਿਤੇ ਨਾ ਕਿਤੇ ਦੇਖੀਏ ਤਾਂ ਉਹਨਾਂ ਨੂੰ ਅਸੀਂ ਉਮਰ ਦੇ ਤਕਾਜ਼ੇ ਨਾਲ ਟਕਸਾਲੀ ਕਿਹਾ ਜਾਂਦਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ?
ਟਕਸਾਲੀ ਜਿਹੜੇ ਹੁੰਦੇ ਨਾ ਜੀ, ਉਹ ਹੁੰਦੇ ਆ ਜਿਨ੍ਹਾਂ ਨੇ ਕੰਮ ਕੀਤੇ ਹੁਣ ਪਾਰਟੀ ਵਾਸਤੇ। ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਡੇ ਸਤਿਕਾਰਯੋਗ ਆ, ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੋਢੀ ਬਣ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸ਼ੁਰੂ ਤੋਂ ਰਹੇ ਆ। ਔਰ ਸਰਦਾਰ ਸੁਖਦੇਵ ਸਿੰਘ ਢੀਂਡਸਾ MLA ਬਣੇ, ਮੰਤਰੀ ਰਹੇ। ਔਰ ਜਦੋਂ 1997 ਸਰਕਾਰ ਆਈ ਆ ਤਾਂ ਉਸ ਵੇਲੇ ਢੀਂਡਸਾ ਸਾਹਿਬ ਹਾਰ ਗਏ ਤੇ ਉਹਨਾਂ ਨੂੰ ਇਲੈਕਟ੍ਰਿਸਿਟੀ ਬੋਰਡ ਦੇ ਚੇਅਰਮੈਨ ਬਣਾਇਆ ਬਾਲ ਸਾਹਿਬ ਨੇ। ਉਹਨੇ ਕਿਹਾ ਕਿ ਨਹੀਂ, ਮੈਨੂੰ ਰਾਜ ਸਭਾ ਦਿਓ, ਤੇ ਬਾਲ ਸਾਹਿਬ ਨੇ ਰਾਜ ਸਭਾ ਜੀ ਭੇਜੇ ਨਾਲ ਵਾਜਪਾਈ ਦੀ ਸਰਕਾਰ ਵੇਲੇ ਸੈਂਟਰ 'ਚ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਔਰ ਵੱਡਾ ਸਤਿਕਾਰ ਦਿੱਤਾ। ਤੇ ਉਹ ਤੋਂ ਬਾਅਦ ਸਰ ਪਰਮਿੰਦਰ ਸਿੰਘ ਢੀਂਡਸਾ ਨੂੰ ਬਾਈ ਇਲੈਕਸ਼ਨ ਵੀ ਲੜਾਈ ਔਰ ਉਹਨਾਂ ਨੂੰ 5 ਵਾਰੀ ਲੜੇ, PWD ਮਿਨਿਸਟਰ ਰਹੇ, ਖਜ਼ਾਨਾ ਮੰਤਰੀ ਰਹੇ, ਵੱਡਾ ਮਾਣ ਦਿੱਤਾ ਉਸ ਪਰਿਵਾਰ ਨੂੰ। ਅੱਜ ਜੇ ਕੋਈ ਮਾੜੀ ਮੋਟੀਆਂ ਕਿਤੇ ਕਮੀਆਂ ਪੇਸ਼ੀਆਂ ਆਈਆਂ ਉਹ ਮਿਲ ਬੈਠ ਕੇ ਦੂਰ ਕੀਤੀਆਂ ਜਾ ਸਕਦੀਆਂ ਸੀ, ਕਿਉਂਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਪਾਰਲੀਮੈਂਟ ਲੜੇ ਆ, ਉਹ ਭਗਵੰਤ ਮਾਨ ਤੋਂ 2.5 ਲੱਖ ਤੇ ਹਾਰ ਗਏ। ਪਰਮਿੰਦਰ ਸਿੰਘ ਢੀਂਡਸਾ ਲੜਾਇਆ, ਉਹ ਵੀ ਹਾਰ ਗਏ। ਉੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਕੀ ਕਰ ਸਕਦੇ ਸੀ ਉਸ ਵੇਲੇ? ਤਾਂ ਆਪਣਾ ਲੋਕਾਂ 'ਚ ਆਧਾਰ ਆਪ ਵੀ ਲੀਡਰ ਨੂੰ ਬਣਾਉਣਾ ਪੈਂਦਾ। ਇਸ ਕਰਕੇ ਅੱਜ ਇਹ ਵੱਖਰੀ ਪਾਰਟੀ ਬਣਾਈ ਆ। 100 ਸਾਲ ਦਾ ਇਤਿਹਾਸ ਆ ਅਕਾਲੀ ਦਲ ਦਾ, 100 ਸਾਲ ਹੋ ਗਿਆ ਅਕਾਲੀ ਦਲ ਬਣੇ ਨੂੰ। ਲਗਭਗ 20 ਵਾਰੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ। ਜਿਹੜੇ ਲੋਕ ਅਕਾਲੀ ਦਲ ਨੂੰ ਵੱਖ ਹੋ ਕੇ ਗਏ ਆ ਉਹ ਰੁਲ ਗਏ। ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ। ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਆ, ਜਿਨ੍ਹਾਂ ਦਾ ਹਰ ਹਲਕੇ 'ਚ ਆਧਾਰ ਸੀ ਔਰ ਉਹ ਵੀ ਵੱਖਰੇ ਹੋ ਕੇ ਲੜੇ ਆ। ਅਖੀਰ ਉਹਨੇ ਵੀ ਹੱਥ ਖੜੇ ਕੀਤੇ ਆ ਕਿ ਅਕਾਲੀ ਦਲ ਤੋਂ ਬਗੈਰ ਕੋਈ ਨਹੀਂ ਪੁੱਛਦਾ। ਇਸ ਕਰਕੇ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗਰ ਖੜੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਆ। ਆਉਣ ਵਾਲਾ ਸਮਾਂ ਜਿਹੜਾ ਆ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੇਖ ਰੇਖ ਵਿੱਚ ਇਲੈਕਸ਼ਨ ਹੋਣਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਆ, ਜੇ ਮੈਂ ਤੁਹਾਨੂੰ ਦੱਸਿਆ ਨੈਸ਼ਨਲ ਹਾਈਵੇ 24 ਘੰਟੇ ਬਿਜਲੀ ਦੇਣੀ, ਛੋਟੀ ਸਟੇਟ ਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੇ ਏਅਰਪੋਰਟ ਲਿਆਉਣੇ ਔਰ ਵੱਡੇ ਵੱਡੇ ਹਸਪੀਟਲ ਲਿਆਉਣੇ, ਤੇਲ ਸੋਧ ਕਾਰਖਾਨਾ ਲਿਆਉਣਾ, ਇਹ ਕੰਮ ਛੋਟੇ ਨਹੀਂ ਸੀ। ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਬਹੁਤ ਅਸਾਰੂ ਸੋਚ ਕਰਕੇ ਹੋਇਆ ਹੈ।